ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਾਰਾ ਹੀ ਸੰਸਾਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਿਹਾ ਹੈ। ਅੱਜ ਦਾ ਸਮਾਂ ਬਹੁਤ ਹੀ ਸੁਭਾਗਿਆ ਭਰਿਆ ਸਮਾਂ ਹੈ ਜੋ ਅੱਜ ਕਲਯੁਗ ਦੇ ਅਵਤਾਰ, ਗਿਆਨ ਦੇ ਸਾਗਰ, ਅਨਾਥਾਂ ਦੇ ਨਾਥ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਇਸ ਪਾਵਨ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਹੈ। ਇਹ ਉਹ ਭਾਗਾਂ ਵਾਲੀ ਧਰਤੀ ਹੈ ਜਿੱਥੇ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਨੇ ਆਪਣੇ ਚਰਨ ਸਪਰਸ਼ ਕੀਤੇ। ਇਤਿਹਾਸ ਆਪਾਂ ਸਾਰੇ ਜਾਣਦੇ ਹਾਂ ਕਿ ਧੰਨ ਗੁਰੂ ਗਿਆਨਨਾਥ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਨਗਰ, ਇਹ ਡੇਰਾ ਜਿਹੜਾ ਹੈ ਵਸਿਆ ਹੋਇਆ ਹੈ। ਹਰ ਸਾਲ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਦੇ ਜਨਮ ਦਿਹਾੜੇ ਮਨਾਏ ਜਾਂਦੇ ਨੇ। ਸੋ ਸਾਨੂੰ ਹੁਕਮ ਹੋਇਆ ਸੀ ਕਿ ਆਰਤੀ ਕਰਨੀ ਹੈ, ਤੁਸੀਂ ਜਾ ਕੇ, ਔਰ ਆਰਤੀ ਤਾਂ ਹੋ ਚੁੱਕੀ ਹੈ, ਆਰੰਭ ਤਾਂ ਹੋ ਚੁੱਕੀ ਹੈ। ਸੋ ਅਸੀਂ ਹੁਣ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਕੇਵਲ ਤੇ ਕੇਵਲ ਉਹਨਾਂ ਦੀ ਗੱਲ ਕਰਾਂਗੇ। ਗੁਰੂ ਸ਼ਬਦ ਜਿਹੜਾ ਹੈ ਉਹ ਦੋ ਲਫ਼ਜ਼ਾਂ ਤੋਂ ਬਣਿਆ, ਗੁਰੂ ਤੇ ਰੂਹ। ਰੂਹ ਹੁੰਦੀ ਚਾਨਣ ਤੇ ਗੁਰੂ ਹੁੰਦਾ ਅੰਧੇਰਾ। ਅਸਲੀ ਗੁਰੂ ਉਹ ਹੈ ਜਿਹੜਾ ਸਾਨੂੰ ਅੰਧੇਰੇ ਤੋਂ ਚਾਨਣ ਵੱਲ ਲੈ ਕੇ ਜਾਵੇ। ਪਰਮਾਤਮਾ ਵਾਲਮੀਕੀ ਮਹਾਰਾਜ ਭਾਰਤਵਾਈ ਨੂੰ ਨਾਮ ਸ਼ਬਦ ਦਿੱਤਾ। ਉਸ ਤੋਂ ਬਾਅਦ ਬੜੇ ਪੀਰ, ਪੈਗੰਬਰ, ਔਲੀਏ, ਮਹਾਂਪੁਰਸ਼ ਆਏ, ਪਰ ਸਾਡੇ ਸਮਾਜ ਦੀ ਜਿਹੜੀ ਬਾਂਹ ਕਿਸੇ ਨੇ ਨਹੀਂ ਫੜੀ। ਜਿਹੜਾ ਵੀ ਆਇਆ ਉਹਨੇ ਸਾਡੇ ਸਮਾਜ ਨੂੰ ਆਪਣੇ ਮਗਰ ਲਾ ਲਿਆ। ਸਤਿਗੁਰ ਦੀ ਐਸੀ ਕਿਰਪਾ ਹੋਈ ਕਿ 4 ਜੁਲਾਈ ਸਨ 1857 ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦਾ ਨਗਰ, ਤਹਿਸੀਲ ਅਜਨਾਲਾ, ਮਾਨਾਵਾਲ, ਜਿੱਥੇ ਉਹ ਭਾਗਾਂ ਵਾਲਾ ਦਿਨ ਆਇਆ ਜਿਹਨੂੰ ਅੱਜ ਅਸੀਂ ਮਨਾ ਰਹੇ ਹਾਂ। ਸਰਦਾਰ ਹਾਕਮ ਸਿੰਘ ਜੀ ਦਾ ਪਰਿਵਾਰ ਵਸ ਰਿਹਾ ਹੈ। ਸਰਦਾਰ ਹਾਕਮ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਪਹਿਲਾਂ 3 ਬੱਚੇ ਨੇ, ਭੈਣ ਜੀਵਾ, ਨੱਥਾ ਸਿੰਘ ਔਰ ਵੀਰ ਗੌਰਾ ਜੀ। ਔਰ ਭਾਗਾਂ ਵਾਲਾ ਦਿਨ ਫਿਰ ਆਇਆ। ਮਾਤਾ ਰਾਜ ਰਾਣੀ ਦੀ ਤਬੀਅਤ ਥੋੜੀ ਢਿੱਲੀ ਹੋਈ ਤੇ ਸਰਦਾਰ ਹਾਕਮ ਸਿੰਘ ਜੀ ਨੇ ਦਾਈ ਬੰਤੋਂ ਨੂੰ ਬੁਲਾਇਆ। ਦਾਈ ਬੰਤੋਂ ਆਈ। ਮੈਂ ਬੜਾ ਭਾਗਾ ਵਾਲਾ, ਮੈਂ ਇਸ ਕਰਕੇ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਕਿ ਉਸ ਘਰ ਦੀ ਜਿਹੜੀ ਸੇਵਾ ਮਾਨਾ ਵਾਲੇ ਦੀ ਉਦਾਸ ਨੂੰ ਨਸੀਬ ਹੋਈ ਹੈ। ਔਰ ਉੱਥੇ ਉਸਾਰੀ ਦਾ ਕੰਮ ਚੱਲ ਰਿਹਾ, ਲਗਾਤਾਰ 5 ਸਾਲ ਤੋਂ ਬਿਲਡਿੰਗ ਉਸਾਰੀ ਜਾ ਰਹੀ ਹੈ। ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਤੇ ਇੱਥੇ ਜ਼ਰੂਰ ਇੱਕ ਵਾਰੀ ਜਾ ਕੇ ਆਉਣਾ, ਕਿਉਂਕਿ ਜਿੱਦਾਂ ਸਾਡੇ ਦਿਮਾਗ ਵਿੱਚ ਇੱਕ ਫਿੱਟ ਹੋਇਆ ਨਾ ਕਿ ਅਸੀਂ ਪਹਾੜਾਂ ਨੂੰ ਜਾਈਏ ਤਾਂ ਭੈਰੋਂ ਦੇ ਦਰਸ਼ਨ ਨਾ ਕਰੀਏ, ਯਾਤਰਾ ਸਫਲ ਨਹੀਂ ਹੁੰਦੀ। ਇਸੇ ਤਰ੍ਹਾਂ ਅਸੀਂ ਵਾਲਮੀਕੀ ਆਸ਼ਰਮ ਜਾਂਦੇ ਹਾਂ ਨਾ, ਤੇ ਜੇ ਅਸੀਂ ਗੁਰੂ ਗਿਆਨਨਾਥ ਮਹਾਰਾਜ ਦੇ ਨਹੀਂ ਜਾਂਦੇ ਤਾਂ ਸਾਡੀ ਯਾਤਰਾ ਜਿਹੜੀ ਅਧੂਰੀ ਹੈ। ਕਿਉਂਕਿ ਵਾਲਮੀਕੀ ਆਸ਼ਰਮ ਜਿਹੜੀ ਦੇਣ ਹੈ ਉਹ ਧੰਨ ਗੁਰੂ ਗਿਆਨਨਾਥ ਮਹਾਰਾਜ ਦੀ ਦੇਣ ਹੈ। ਤੇ ਜੇ ਅਸੀਂ ਆਪਣੀ ਯਾਤਰਾ ਨੂੰ ਸਫਲ ਕਰਨਾ ਹੈ, ਵਾਲਮੀਕੀ ਆਸ਼ਰਮ ਦੀ ਯਾਤਰਾ ਨੂੰ ਸਫਲਾ ਕਰਨਾ ਹੈ ਨਾ, ਤੇ ਉੱਥੋਂ ਠੀਕ 13-14 ਕਿਲੋਮੀਟਰ ਧੰਨ ਗੁਰੂ ਗਿਆਨਨਾਥ ਮਹਾਰਾਜ ਦਾ ਜਨਮ ਸਥਾਨ ਮਾਨਣਾ ਵਾਲਾ ਹੈ। ਉੱਥੇ ਜਾ ਕੇ ਦਰਸ਼ਨ ਕਰੋ, ਆਪਣੀ ਯਾਤਰਾ ਸਫਲ ਕਰੋ। ਬਹੁਤ ਸਾਰੇ ਲੋਕਾਂ ਨੂੰ ਪੁੱਛੀਦਾ ਹੈ ਕਿ ਭਾਈ ਮੰਨਾ ਵਾਲੇ ਗਿਆ ਕਿੱਦਾਂ? ਨਹੀਂ, ਮੈਂ ਗਿਆ ਹੀ ਨਹੀਂ, ਫਿਰ ਸਾਡੀ ਯਾਤਰਾ ਸਫਲ ਨਹੀਂ ਹੈ। ਕਿਉਂਕਿ ਵਾਲਮੀਕੀ ਆਸ਼ਰਮ ਜੇ ਅੱਜ ਅਸੀਂ ਨਮਸਕਾਰ ਕਰਦੇ ਹਾਂ ਜਾ ਕੇ, ਇੱਥੇ ਉਹ ਦੇਣ ਸਾਨੂੰ ਸਤਿਗੁਰੂ ਗਿਆਨਨਾਥ ਮਹਾਰਾਜ ਦੀ ਦੇਣ ਹੈ।
ਤੇ ਸਾਨੂੰ ਅੰਧੇਰੇ ਤੋਂ ਰੋਸ਼ਨੀ ਵੱਲ ਲੈ ਕੇ ਕੇਵਲ ਤੇ ਕੇਵਲ ਗੁਰੂ ਗਿਆਨਨਾਥ ਮਹਾਰਾਜ ਜੀ ਲੈ ਕੇ ਆਏ ਆ। ਉਹਨੂੰ ਅਸੀਂ ਗੁਰੂ ਕਹਿੰਦੇ ਹਾਂ। ਗੁਰੂ ਸ਼ਬਦ ਦਾ ਮਤਲਬ ਹੈ ਕਿ ਸਾਨੂੰ ਰੋਸ਼ਨੀ ਦਿਖਾਉਣ ਵਾਲੇ, ਸਾਨੂੰ ਵਾਲਮੀਕੀ ਆਸ਼ਰਮ ਦਿਖਾਉਣ ਵਾਲੇ ਕੇਵਲ ਤੇ ਕੇਵਲ ਇੱਕੋ ਹੀ ਸੰਤਾਂ ਦੇ ਸੰਤ, ਅਨਾਥਾਂ ਦੇ ਨਾਥ, ਗਿਆਨ ਦੇ ਸਾਗਰ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ। ਤੇ ਜੇ ਅਸੀਂ ਉਹਨਾਂ ਦੇ ਘਰ ਦੇ ਦਰਸ਼ਨ ਨਹੀਂ ਨਾ ਕੀਤੇ ਤਾਂ ਸਮਝ ਲਓ ਸਾਡੀ ਯਾਤਰਾ ਜਿਹੜੀ ਆ ਅਧੂਰੀ ਹੈ। ਮਾਤਾ ਰਾਜ ਰਾਣੀ ਦੀ ਤਬੀਅਤ ਢਿੱਲੀ ਹੋਈ ਔਰ ਦਾਈ ਬੰਧੂ ਨੂੰ ਬੁਲਾ ਕੇ ਲਿਆਂਦਾ। ਕੀ ਦੇਖਿਆ ਕਿ 1857 ਦੀ ਗੱਲ ਹੈ, ਉਹ ਲਾਈਟ ਨਹੀਂ ਹੁੰਦੀ ਸੀ। ਲਾਈਟ ਨਹੀਂ ਹੁੰਦੀ ਸੀ, ਮਿੱਟੀ ਦੇ ਤੇਲ ਦੇ ਦੀਵੇ ਜਾਂ ਸਰੋਂ ਦੇ ਤੇਲ ਦੇ ਦੀਵੇ ਜਗਾਏ ਜਾਂਦੇ ਸੀ। ਜਦੋਂ ਮਾਤਾ ਰਾਜ ਰਾਣੀ ਦਾਈ ਬੰਧੂ ਇੱਕ ਹਨੇਰੀ ਕੋਠੜੀ ਦੇ ਵਿੱਚ ਗਏ ਤੇ ਕੀ ਦੇਖਿਆ ਦਾਈ ਬੰਧੂ ਨੇ ਕਿ ਉਹ ਪਰਮ ਪਿਤਾ ਪਰਮਾਤਮਾ ਦੀ ਆਮਦ ਹੋਈ। ਉਸ ਹਨੇਰੀ ਕੋਠੜੀ ਦੇ ਵਿੱਚ ਇਸ ਤਰ੍ਹਾਂ ਰੋਸ਼ਨੀ ਹੋਈ ਜਿਵੇਂ ਸੂਰਜ ਆਪ ਧਰਤੀ ਦੇ ਉੱਪਰ ਆਇਆ। ਸਤਿਗੁਰੂ ਜੀ ਦਾ ਜਨਮ ਹੋਇਆ ਤੇ ਸਤਿਗੁਰੂ ਜੀ ਨੂੰ ਜਦੋਂ ਦਾਈ ਬੰਧੂ ਨੇ ਤੱਕਿਆ ਤੇ ਸਤਿਗੁਰੂ ਮੁਸਕਰਾ ਰਹੇ ਨੇ। ਜਦੋਂ ਦਾਈ ਬੰਧੂ ਜੀ ਨੇ ਚੱਕਿਆ ਸਤਿਗੁਰਾਂ ਨੂੰ ਤੇ ਸਤਿਗੁਰੂ ਜੀ ਨੇ ਚਰਨ ਸਪਰਸ਼ ਕਰ ਦਿੱਤੇ ਦਾਈ ਦੇ ਨਾਲ। ਜਦੋਂ ਚਰਨ ਸਪਰਸ਼ ਕਰ ਦਿੱਤੇ ਤੇ ਦਾਈ ਬੰਧੂ ਨੂੰ ਜੋ ਪੈਰਾਂ ਅਟੈਕ ਹੋਇਆ ਸੀ, ਅਧਰੰਗ ਦਾ ਜੋ ਝਟਕਾ ਲੱਗਾ ਹੋਇਆ ਸੀ, ਸਤਿਗੁਰੂ ਜੀ ਦੇ ਟੱਚ ਕਰਦੇ ਆ ਉਹ ਬਿਲਕੁਲ ਠੀਕ ਹੋ ਗਈ। ਪਹਿਲੀ ਕਿਰਪਾ ਦਾਈ ਬੰਧੂ ਦੇ ਉੱਤੇ ਕੀਤੀ। ਪੈਦਾ ਹੋਣ ਤੋਂ ਚੰਦ ਮਿੰਟ ਬਾਅਦ ਇੰਨੀ ਪਾਵਰ ਹੈ ਮੇਰੇ ਸਤਿਗੁਰੂ ਦੇ ਅੰਦਰ। ਆਪਕੋ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਥੋੜੇ ਦਿਨ ਪਹਿਲਾਂ ਹੀ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਦੇ ਜਨਮ ਦੀ ਆਮਦ ਨੂੰ ਲੈ ਕੇ ਇੱਕ YouTube ਤੇ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਸੋ ਉਸ ਸ਼ਬਦ ਦੇ ਨਾਲ ਮਿਲਦੀ ਹੈ ਕਲਯੁਗ ਵਿੱਚ ਅਵਤਾਰ ਧਾਰਿਆ ਮੇਰੇ ਸਤਿਗੁਰੂ ਗਿਆਨਨਾਥ ਨੇ। ਜਦੋਂ ਦਾਈ ਬੰਧੂ ਠੀਕ ਹੋ ਗਈ ਤੇ ਬਾਹਰ ਆਈ, ਬਾਹਰ ਆਣ ਕੇ ਭੱਜੀ ਆਈ। ਸਰਦਾਰ ਹਾਕਮ ਸਿੰਘ ਨੂੰ ਵਧਾਈਆਂ ਦੇਣ ਲੱਗੀ ਹੈ। ਕਹਿੰਦੀ ਮਹਾਰਾਜ ਜੀ ਬੜੇ ਬੱਚੇ ਇਹਨਾਂ ਹੱਥਾਂ ਦੇ ਨਾਲ ਮੈਂ ਪਦੇਸ਼ ਕਰਵਾਏ, ਪਰ ਮੈਂ ਐਸਾ ਬਾਲਕ ਕਦੀ ਤੱਕਿਆ ਨਹੀਂ। ਮੱਥੇ ਦੇ ਉੱਤੇ ਸੱਤਿਆ ਪਾਵਨ ਦਾ ਚਿੰਨ੍ਹ ਔਰ ਕੰਨਾਂ ਦੇ ਵਿੱਚ ਪਦਾਇਸ਼ੀ ਮੁਦਰਾ ਦੇ ਨਿਸ਼ਾਨ ਮੇਰੇ ਸਾਹਿਬ ਦੇ। ਤੇ ਸਰਦਾਰ ਹਾਕਮ ਸਿੰਘ ਜੀ ਨੇ ਆਪਣੇ ਗਲ ਵਿੱਚੋਂ ਕੈਂਠਾ ਲਾ ਕੇ ਦਾਈ ਨੂੰ ਵਾਰ ਕੇ ਦੇ ਦਿੱਤਾ ਬੱਚੇ ਉੱਤੋਂ। ਦਾਈ ਖੁਸ਼ੀਆਂ ਦੇ ਵਿੱਚ ਸਾਰੇ ਨਗਰ ਦੇ ਵਿੱਚ ਉੱਚੀ ਉੱਚੀ ਆਵਾਜ਼ਾਂ ਮਾਰ ਰਹੀ ਆ ਕਿ ਧਰਤੀ ਦੇ ਉੱਤੇ ਰੱਬ ਪੁੱਤਰ ਆਇਆ ਹੈ, ਧਰਤੀ ਦੇ ਉੱਤੇ ਰੱਬ ਪੁੱਤਰ ਆਇਆ ਹੈ। ਸਾਰੇ ਪਿੰਡ ਦੇ ਵਿੱਚ, ਸਾਰੇ ਨਗਰ ਦੇ ਵਿੱਚ ਬੜੀਆਂ ਖੁਸ਼ੀਆਂ ਦਾ ਮਾਹੌਲ ਹੈ। ਆਓ ਸਾਰੇ ਆਪਾਂ ਆਪਣੀਆਂ ਮਨ ਕਿਰਤੀਆਂ ਨੂੰ ਜੋੜ ਕੇ ਉਸ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਸ਼ਾਮਲ ਹੋ ਜਾਈਏ। आद ब्रह्म की होई दृष्टि गुरु ज्ञाननाथ मध्य श्लोक है। आद ब्रह्म की हुई दृष्टि ऐ संसार और सर्व सृष्टि आप नेहा कण कण में रहो ज्ञान ना करो वो ही ਧੰਨ ਗੁਰੂ ਗਿਆਨਨਾਥ ਮਹਾਰਾਜ ਜੀ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗੁਰਬਾਣੀ ਦੇ ਨਾਲ ਜੋੜਿਆ ਜਾਵੇ, ਗੁਰਬਾਣੀ ਦੀ ਗੱਲ ਕੀਤੀ ਜਾਵੇ, ਕਿਉਂਕਿ ਅਸੀਂ ਹੋਰ ਪਾਸੇ ਬੜਾ ਜੁੜੇ ਹੋਏ ਹਾਂ, ਗੁਰਬਾਣੀ ਤੋਂ ਅਧੂਰੇ ਹਾਂ।
गुरु नूं मनना एक गल है, पर गुरु दी मनना एक गल है। गुरु नूं तो आपां सारे मनते हैं, पर गुरु दी नहीं मनते। ते गुरु जी कह रहे ने मनना है, गुरु दी मननी है। आद ब्रह्म की हुई दृष्टि, ऐसा संसार और सर्व सृष्टि आप रेखा कण कण में रम ज्ञाननाथ वही एक। आद ब्रह्म की हुई दृष्टि, हे संसार दिल सर्व सृष्टि, आप रेहा कण कण में रम ज्ञाननाथ वही एक ब्रह्म। आओ सारी संगत शब्द के नाल जुड़ते हैं और अपनी अखां मूल को उस धरती वाल जाना है जिथे धरती नूं भाग लेंगे। हाकुम सिंह दी फलवाड़ी विच, हाकुम सिंह दी फलवाड़ी विच, फुल कमल दा खिड़िया आए, धरती ते परमात्मा उतरे, थाना चर्चा छेड़ाए, चाना चर्चा छेड़ाए, मान से जामा पहन के आगे, मान से जामा पहन के आगे, रिद्धियां सिद्धियां साथ ने, काली जुग विच अवतार धारिया, सतगुरु ज्ञाननाथ ने, सतगुरु ज्ञाननाथ ने, सतगुरु ज्ञाननाथ ने। सतगुरु दा प्रकाश हुंदिया धरती अपार रचनाए, धरती अपार रचनाए, धरती अपार रचनाए, देवतेयां ने करी आरती, परियां मंगल गाए, परियां मंगल गाए, चार सवेरे चार सवेरे अज स्वामी परवास दी, काली जुग विच अवतार धारिया, सतगुरु ज्ञाननाथ ने, सतगुरु ज्ञाननाथ ने। ब्रह्मा विष्णु महेश देव के दर्शन दे लइया,
खुशियां मनाते घर की रोशन कर देती है, घर की रोशन कर देती है, रहमत की बरसात ने काली जुग विच अवतार धारिया सतगुरु ज्ञाननाथ ने, सतगुरु ज्ञाननाथ ने। सतगुरु ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੇ ਹੀ ਨਗਰਾਂ ਦੇ ਵਿੱਚ ਸਾਰੇ ਹੀ ਡੇਰਿਆਂ ਦੇ ਉੱਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਦਿਹਾੜਾ ਮਨਾਇਆ ਜਾਂਦਾ ਹੈ। ਔਰ ਜਿਵੇਂ ਅੱਜ ਇੱਥੇ ਇਸ ਭਾਗਾਂ ਵਾਲੀ ਧਰਤੀ ਉੱਤੇ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ, ਉਵੇਂ ਹੀ ਜਿੱਥੇ ਧੰਨ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਦਰਿਆ ਰੋਕਿਆ ਸੀ ਬਿਆਸ ਦੁੱਲੋਵਾਲ, ਉੱਥੇ ਵੀ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹ ਵੀ ਬੜੀ ਇਤਿਹਾਸਕ ਜਗ੍ਹਾ ਹੈ। ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਉੱਥੇ ਇੱਕ 9 ਕਿਲੋ ਚੌਲਾਂ ਦੀ ਦੇਗ ਦੇ ਨਾਲ 10 ਪਿੰਡਾਂ ਨੂੰ ਰਜ਼ਾਇਆ। ਜਦੋਂ ਮੇਰੇ ਸ਼ਹਿਨਸ਼ਾਹ ਆਸ਼ਰਮ ਤੋਂ ਤੁਰਿਆ ਕਰਦੇ ਸਨ ਤਾਂ ਆਪਣਾ ਰਾਸ਼ਨ ਨਾਲ ਲੈ ਕੇ ਤੁਰਿਆ ਕਰਦੇ ਸਨ। ਜਿਵੇਂ ਇੱਥੇ ਵੀ ਆਪਾਂ ਜਾਣਦੇ ਹਾਂ ਕਿ ਮਹਾਰਾਜ ਜੀ ਨੇ ਕਿਵੇਂ ਉਸ ਰਾਖਸ਼ ਨੂੰ ਬੋਤਲ ਦੇ ਵਿੱਚ ਬੰਦ ਕਰਕੇ ਲਾਲਨਾਥ ਮਹਾਰਾਜ ਦੀ ਡਿਊਟੀ ਲਾਈ। ਉੱਥੇ ਵੀ ਮਹਾਰਾਜ ਜੀ 9 ਕਿਲੋ ਉਹਨਾਂ ਦੇ ਕੋਲ ਚਾਵਲ ਸੀ, ਡੇਰੇ ਦੇ ਤੋਂ ਜਦੋਂ ਆਏ ਗੱਡੇ ਉੱਤੇ ਰੱਖੇ ਹੋਏ ਸੀ ਤੇ ਨਗਰ ਵਾਲਿਆਂ ਨੇ ਬੜੀ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਮਾਰੇ ਗਏ, ਹੜ੍ਹ ਆ ਗਿਆ, ਸਾਡੇ ਸਾਰਾ ਹੀ ਤਬਾਹ ਹੋ ਗਿਆ। ਤੇ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਉੱਥੇ ਦੁੱਲੋਵਾਲ ਆਸਣ ਲਾਇਆ। ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕੀਤਾ ਤੇ ਪਰਮਾਤਮਾ ਪ੍ਰਗਟ ਹੋ ਗਏ। ਜਦੋਂ ਪਰਮਾਤਮਾ ਪ੍ਰਗਟ ਹੋ ਗਏ ਤੇ ਸਤਿਗੁਰੂ ਨੂੰ ਹੁਕਮ ਲਾ ਦਿੱਤਾ ਕਿ ਭਾਈ ਤੇ ਤੇਰੇ ਹੱਥੋਂ ਹੀ ਕਾਰਜ ਕਰਾਉਣਾ। ਤੇ ਜਦੋਂ ਧੰਨ ਗੁਰੂ ਗਿਆਨਨਾਥ ਮਹਾਰਾਜ ਨੇ ਭਾਰਤਵਾਜ ਨੂੰ ਜੋ ਨਾਮ ਸ਼ਬਦ ਬਖਸ਼ਿਸ਼ ਕੀਤਾ ਸੀ, ਉਹ ਸ਼ਬਦ ਨੂੰ ਅਰਾਧ ਕੇ ਆਪਣੇ ਕਮੰਡਲ ਦੇ ਵਿੱਚੋਂ ਜਲ ਦਾ ਛਿੱਟਾ ਮਾਰਿਆ ਤੇ ਖਵਾਜਾ ਜੀ ਸਾਹਮਣੇ ਸਾਖਸ਼ਾਤ ਪ੍ਰਗਟ ਹੋ ਗਏ। ਕਹਿੰਦੇ ਭਗਤਾ ਤੇ ਤੂੰ ਕੀ ਤਬਾਹੀ ਮਚਾਈ ਹੈ? ਕਹਿੰਦਾ ਮਹਾਰਾਜ ਜੇ ਤੁਸੀਂ ਹੁਣ ਆ ਹੀ ਗਏ ਹੋ ਤੇ ਮੇਰੇ ਉੱਤੇ ਕਿਰਪਾ ਕਰ ਦਿਓ। ਤੁਸੀਂ ਕ੍ਰੋਧਿਤ ਹੋ ਕੇ ਮੈਨੂੰ ਕੋਈ ਅਪਸ਼ਬਦ ਨਾ ਬੋਲਦੇ ਜੀ ਹੋ, ਮੈਂ ਖਿਮਾ ਦਾ ਜਾਚਕ ਹਾਂ। ਤੇ ਖਵਾਜਾ ਜੀ ਉੱਥੇ ਹੱਥ ਜੋੜ ਕੇ ਖੜੇ ਨੇ ਤੇ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ। ਦੇਵੀ ਦੇਵਤੇ ਵੀ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਕੋਲੋਂ ਮੰਗਦੇ ਨੇ। ਪਰ ਸਾਨੂੰ ਕੀ ਹੋ ਗਿਆ? ਅਸੀਂ ਧੰਨ ਗੁਰੂ ਗਿਆਨਨਾਥ ਮਹਾਰਾਜ ਦੀ ਸ਼ਰਣੀ ਆਉਂਦੇ ਹੀ ਨਹੀਂ, ਗੁਰੂ ਵਾਲੇ ਮੰਨਦੇ ਹੀ ਨਹੀਂ, ਨਾਮ ਸ਼ਬਦ ਦੀ ਦਾਤ ਪ੍ਰਾਪਤ ਕਰਦੇ ਹੀ ਨਹੀਂ। ਪਾਵਨ ਚਿਰ ਯੋਗ ਸਿਸਟ ਵਿੱਚ ਇੱਕ ਸ਼ਲੋਕ ਹੈ, ਸਾਡੇ ਸਿਰ ਤੇ ਗੁਰੂ ਗਿਆਨਨਾਥ ਮਹਾਰਾਜ ਦਾ ਹੱਥ ਹੈ, ਅਸੀਂ ਅਨਾਥ ਕਿਵੇਂ ਹੋ ਸਕਦੇ ਹਾਂ? ਅਸੀਂ ਅਨਾਥ ਨਹੀਂ ਹੈ, ਅਸੀਂ ਨਾਥ ਹਾਂ, ਕਿਉਂਕਿ ਸਾਡੇ ਸਿਰ ਦੇ ਉੱਤੇ ਹੱਥ ਹੈ। ਤੇ ਜਿਹਦੇ ਸਿਰ ਦੇ ਉੱਤੇ ਬਾਪ ਦਾ ਹੱਥ ਹੋਵੇ ਉਹ ਕਦੀ ਅਨਾਥ ਨਹੀਂ ਹੁੰਦਾ। ਦੁਨਿਆਵੀ ਗੱਲ ਹੈ, ਜਿਹਦੇ ਬੱਚਿਆਂ ਦੇ ਸਿਰ ਤੇ ਪਿਓ ਦਾ ਹੱਥ ਹੋਵੇ ਉਹ ਅਨਾਥ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਇਹ ਪ੍ਰਕਿਰਤੀ ਦਾ ਨਿਯਮ ਹੈ, ਜਿਹਦੇ ਸਿਰ ਤੇ ਉਸ ਅਕਾਲ ਪੁਰਖ ਦਾ ਹੱਥ ਹੈ ਨਾ, ਉਹ ਕਦੀ ਨਾਥ ਨਹੀਂ ਹੁੰਦਾ, ਉਹ ਅਨਾਥ ਹੋ ਹੀ ਨਹੀਂ ਸਕਦਾ, ਉਹ ਅਨਾਥ ਹੁੰਦਾ। ਮੈਂ ਕਿਹਾ ਠੀਕ ਹੈ ਭਾਈ, ਸਾਡੇ ਸਿਰ ਤੇ ਮੇਰੇ ਸਾਹਿਬ ਦਾ ਸਤਿਗੁਰੂ ਗਿਆਨਨਾਥ ਮਹਾਰਾਜ ਦਾ ਹੱਥ ਹੈ, ਇਸ ਕਰਕੇ ਅਸੀਂ ਨਾਥ, ਅਸੀਂ ਅਨਾਥ ਨਹੀਂ ਹੈ। ਆਪਣੇ ਆਪ ਨੂੰ ਕਦੀ ਵੀ ਅਨਾਥ ਨਾ ਸਮਝੋ। ਜੇ ਗੁਰੂ ਗਿਆਨਨਾਥ ਮਹਾਰਾਜ ਦੀ ਕਿਰਪਾ ਪ੍ਰਾਪਤ ਕਰਨੀ ਹੈ ਨਾ,
तो फिर सानू नाथ बनना पैना, अनाथ नहीं है। इस करके सतगुरु की शरण में आना है, शब्द की प्राप्ति करनी है और अपने जीवन में सफला करना है। आओ अगली पंक्तियां के साथ आगे बढ़ें। अटकी दुनिया पहले तो इस धरती रे भाग लगे, धरती रे भाग लगे, इस धरती रे भाग लगे। मन वाले विच चन्ने चले आए, अमृत सारे दे जागे, साजन किस्मत खुल गई थी, साजन किस्मत खुल गई थी, जो उठे जजमान काले जुग अवतार हमारे सतगुरु ज्ञान नाथ ने, सतगुरु ज्ञान नाथ ने, सतगुरु ज्ञान नाथ ने, सतगुरु ज्ञान नाथ ने। जो बोले संदर्भ है भगवान वाल्मीकि महाराज की जय, सतगुरु गुरु ज्ञाननाथ महाराज की जय। एक शब्द के नाल हाजरी है। उस समय की गल कर रहे हैं जो तो गुरु ज्ञाननाथ महाराज ने योग लिया। 41 साल की उम्र मेरे साहिब सतगुरु ज्ञाननाथ महाराज जी जब घरों गए गुरु की भावना घूमते रहे हैं, क्योंकि भारतवाज की तरह जिद कर ली सी मेरे साहिब ने कि मैं सच का गुरु बनना। गुरु लभ्या मुंशीनाथ महाराज 9 गजा पिंड पाकिस्तान के जो अजकल है शेखपुरा जिला। महाराज जी ने योग लिया, चीरा लवाया और पहली समाधि उत्थे 12 साल की लाई। 12 साल की समाधि के मेरे साहिब सतगुरु ज्ञाननाथ महाराज ने अकाल पुरख परम पिता परमात्मा को पाया और जो योग हो गए योगी बनना कोई खाकी के कपड़े पाने भगने पाने या माला पानिया नहीं है। तर गुरु ज्ञाननाथ महाराज को मन कहते हैं कि योगी जब तुम मुसाफर करना कोई आवे कोई जाए। ये जग जो जोगियां वाला फेरा है, संसार के उत्ते जोगियां वाला साडा फेरा है। ते इस संसार के विचों झोली को भर के ले जाता जिन्हों मंगण का ढंग आ जाए। मंगण का ढंग कदों आता जो अपने आप को योग बना लेते, अपने आप को योग बनाना। असी संसार के लोग जिदा आने हैं खाली आने हैं तो खाली सो जाने, पर जीवन में सफला कौन करते हैं ਜਿਹੜੇ ਉਹਦੇ ਯੋਗ ਹੋ ਜਾਂਦੇ ਨੇ, ਉਹਦੇ ਯੋਗ ਹੋ ਜਾਂਦੇ ਨੇ। ਤੇ ਜਦੋਂ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਉਹਦੇ ਯੋਗ ਹੋ ਗਏ, ਪਰਮਾਤਮਾ ਦੀ ਕਿਰਪਾ ਹੋ ਗਈ। ਪਹਿਲੀ ਸਮਾਧੀ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਫਿਰ ਮਨ ਵਿੱਚ ਇੱਕੋ ਹੀ ਦਾਮ ਹੈ परमात्मा के दर्शनों की, और सारा संसार उन्होंने
वही एक ब्रह्म, वही एक ब्रह्म, वही एक ब्रह्म नजर आने लगती है। क्योंकि जो किसी की जोग हो जाता ना, उन्होंने सारे विचों की परमात्मा नजर आता है। मेरे विच दी आएगा, ताके विच दी आएगा, ਉਹਦੇ ਵਿੱਚ ਦੀ ਆਏਗਾ, ਉਹਦੇ ਵਿੱਚ ਦੀ ਆਏਗਾ, ਕਿਉਂਕਿ ਉਹ ਸਾਰਿਆਂ ਦੇ ਵਿੱਚ परमात्मा ਦੀ ਜੋਤ ਹੈ, परमात्मा ਦੀ ਜੋਤ ਹੈ। ਤੇ ਜਦੋਂ ਉਹ ਜੋਤ ਉਸ ਜੋਤ ਦੇ ਨਾਲ ਲੀਨ ਹੋ ਜਾਂਦੀ ਹੈ ਤੇ ਸਾਰਿਆਂ ਦੇ ਵਿੱਚ ਦੀ ਉਹ ਉਹੀ ਇੱਕ ਬ੍ਰਹਮ, ਉਹੀ ਇੱਕ ਬ੍ਰਹਮ, ਉਹੀ ਇੱਕ ਬ੍ਰਹਮ, ਸਭ ਨੂੰ ਇੱਕ ਨਜ਼ਰ ਆਉਂਦਾ ਹੈ। ਤੇ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਉਹ परमात्मा ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹੈ। ਆਓ ਸ਼ਬਦ ਦੇ ਨਾਲ सत्य श्री परमात्मा तेरा नाम निर्मल जोत निरंतरी किस किस जगह बैठ के किस किस जगह बैठ के पानी च पानी च सारी फुलों दे बना के सारी फुलों दे बना के जो पिता परमात्मा ने धन गुरु ਗਿਆਨਨਾਥ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਉਹਨਾਂ ਨੇ ਮਕਾਰਦਨ ਦੇ ਵਿੱਚ ਵਹੇ ਲੋਕ ਕੀ ਕਹਿੰਦੇ ਨੇ ਸਤਿਗੁਰੂ ਗਿਆਨਨਾਥ ਮਹਾਰਾਜ ਆਓ ਸਭ ਧੰਨਵਾਦ ਕਰਾਂ ਤੇਰਾ ਕੀਤੀ ਜ਼ਿੰਦਗਾਨੀ ਦਾ ਧੰਨਵਾਦ ਕਰਾਂ ਤੇਰਾ ਕੀਤੀ ਜ਼ਿੰਦਗਾਨੀ ਕਰ ਸ਼ੁਕਰਾਨਾ ਤੇਰਾ ਕੀਤੀ ਮਿਹਰਬਾਨੀ ਕਰ ਸ਼ੁਕਰਾਨਾ ਤੇਰਾ ਕੀਤੀ ਮਿਹਰਬਾਨੀ ਓਏ ਕੀਤੀ ਮਿਹਰਬਾਨੀ ਦਾ ਸੀਸ ਝੁਕ ਝੁਕ ਸੀਸ ਝੁਕ ਝੁਕ जीवन सलाम जीवन सलाम किस किस जगह बैठ किस किस जगह बैठ परिच सृष्टि सृष्टि सजावा जो दुनिया के धर्म ग्रंथ कहते हैं कि 84 लख जून तो बाद मिले
ਇਹਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਦੁਨੀਆ ਦੇ ਧਰਮ ਗ੍ਰੰਥ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਮੁਕਤੀ ਹੁੰਦੀ ਹੈ, ਪਰ ਧੰਨ ਗੁਰੂ ਗਿਆਨਨਾਥ ਮਹਾਰਾਜ ਸਾਨੂੰ ਕੁਝ ਹੋਰ ਵੀ ਸਮਝਾਉਂਦੇ ਨੇ। ਧੰਨ ਗੁਰੂ ਗਿਆਨਨਾਥ ਮਹਾਰਾਜ ਕਹਿੰਦੇ ਨੇ योग वशिष्ठ परम पद युक्ति आत्म शोध है जीवन मुक्ति राजी रब रजा हर हाल ज्ञान नाथ ब्रह्म दीन दया। धन गुरु ज्ञाननाथ महाराज कहते ने जीते जी मुक्ति प्राप्त होनी है। होनी किथों है? श्री योग वशिष्ठ महाराज के लड़ लगे। धन गुरु ज्ञाननाथ महाराज ने योग वशिष्ठ महाराज के लड़ लाया। मारे कहते योग विशिष्ट परम पद युक्ति, परम पद की प्राप्ति की युक्ति कितों मिलनी है? सानू योग विशिष्ट कितों। आत्मा ਨੂੰ ਸੋਧਣ ਦੀ युक्ति कितों मिलनी है? आत्मा शोध है जीवन मुक्ति। जीवन ਨੂੰ मुक्त कराने वास्ते, आत्मा ਨੂੰ शुद्ध करने वास्ते सानू युक्ति कितों मिलनी है? श्री योग विशिष्ट महाराज जी कितों। राजी रब रजा हर हाल ज्ञान नाथ ब्रह्म दीन दया। दुनिया के जिन्ने भी देवी देवते पीर पैगंबर मुक्त होए ने, और इसे जन्म दे विच ही होए, मां दे पेटों जम के। धन गुरु ज्ञाननाथ महाराज अगला श्लोक पढ़िया, ध्यान नाल श्रवण करना। महाराज ने लिखिया, मारे कहते संत जना समझी सभ्यता महा रामायण दी महत्ता पुर वचना संग्रह विशाल ज्ञान नाथ ब्रह्म दीन दया। धन गुरु ज्ञाननाथ महाराज कहते जिन्ने भी दुनिया के संत है ना, संत महापुरुष पीर पैगंबर औलिए गुरु जिन्ने भी होए ने, उन्होंने महा रामायण की महत्ता नूं समझिया। संत जना समझी सभ्यता महा रामायण की महत्ता, महा रामायण पावन श्री योग वशिष्ठ महाराज ने कहते। अगली पंक्ति में लिखा कि पुरवचना संग्रह विशाल ज्ञान नाथ ब्रह्म दीन दया। महा रामायण के प्रवचनों के संग्रह के अपने आप को विशाल किया। प्रवचनों जप जप के रब रब करते रब वर्गे हो गए, रब दे विच लीन हो गए। ए मानस जामे दे विच कीता जिन्हां ने भी कीता। जेड़ा मर गया वो तो मर गया, वो मुक्त नहीं है। जे धन गुरु ज्ञाननाथ महाराज की गल करिए ना, श्लोक की गल करिए तो संत जना, संत उन्होंने किहनूं कहा जिन्होंने असीं पूजदे हैं, चाहे कोई गुरु है, कोई पीर है, पैगंबर है, कोई औलिया है, कि सारे संत होए। ते महाराज कहते संत जना समझी सभ्यता, इन्हां संतां ने महा रामायण की महत्ता नूं समझिया। धन गुरु ज्ञाननाथ महाराज सानूं समझा रहे हैं कि महा रामायण की महत्ता नूं समझिया। पुर वचना संग्रह विशाल ज्ञान नाथ ब्रह्म दीन दया। इन्हां दे प्रवचनां नूं समझ के प्रवचनां दे उत्ते चले तां जाके अपने आप नूं विशाल कीता है। दुनिया के जिन्ने भी गुरु पीर पैगंबर होए सब मां दे पेटों जम के महा रामायण की महत्ता नूं समझिया। मानस जामे दे विच ही अपने आप नूं मुक्त कीता। हे दुनिया के लोगों, मानस जामा ही है जो मुक्ति प्राप्त करवा सकता है। जो मर गए फिर किसी ने पूछना, किसी ने दरिया सिद्धे होना, किसी ने लकड़ा में फूक देना, किसी ने मिट्टी थले दब देना। जींदे जी मुक्ति है। धन गुरु ज्ञाननाथ महाराज ने जींदे जी मुक्ति प्राप्त की। गुरु नानक पातशाह जी ने जींदे जी मुक्ति प्राप्त की। रविदास महाराज ने जींदे जी मुक्ति प्राप्त की। अज असीं उन्हां दी गल करदे ना, उन्हां दी पूजा अर्चना करदे ना, उन्हां लंबी उम्र दीआं दुआवां मंगदे आ। क्यों मंगदे आ? क्योंकि उन्होंने मानस जामे दे विच आके मुक्ति को प्राप्त की। ये मानस जामा ही एक ऐसा जामा है ਜਿਹੜਾ इस जोत उस जोत नाल मिला सकता है, इस आत्मा ਨੂੰ उस परमात्मा ਦੇ ਨਾਲ ਮਿਲਾ ਸਕਦਾ है। ये मानस ही जामा है, और कोई जामा नहीं मिलता। कभी देखा कि पशु भी नाम जपते हैं, कोई परिंदे नाम जपते हैं, कोई जानवर नाम जपते हैं। ये मानस का जामा बड़ा कीमती जामा है। ਇਹਦੇ ਵਿੱਚ ਆਣ ਕੇ ਜਿਹਨੇ ਵੀ ਮੁਕਤੀ ਪ੍ਰਾਪਤ ਕੀਤੀ ਹੈ, ਇਹਦੇ ਵਿੱਚ ਹੀ ਕੀਤੀ ਹੈ। ਚਾਹੇ ਕੋਈ ਗੁਰੂ ਹੋਵੇ, ਕੋਈ ਪੀਰ ਹੋਵੇ, ਕੋਈ ਪੈਗੰਬਰ ਹੋਵੇ। ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਕਹਿੰਦੇ ਨੇ ਪ੍ਰਸ਼ਾਰਤ ਹੀ ਦੇਵ ਹੈ। ਇਹ ਇਨਸਾਨ ਤੂੰ ਵੀ ਮਿਹਨਤ ਕਰ, ਤੂੰ ਵੀ ਪ੍ਰਸ਼ਾਰਤ ਕਰ, ਤੂੰ ਵੀ ਦੇਵਤਾ ਬਣ ਜਾ। ਦੇਵਤੇ ਕੋਈ ਅਲੱਗ ਨਹੀਂ ਹੈ, ਉਹ ਕਿਸੇ ਹੋਰ ਧਰਤੀ ਚੋਂ ਨਹੀਂ ਆਏ ਜਾਂ ਕਿਸੇ ਹੋਰ ਰਸਤੇ ਤੋਂ ਨਹੀਂ ਆਏ, ਇਸੇ ਰਸਤੇ ਤੋਂ। ਸਾਡੇ ਬਹੁਤ ਹੀ ਸਤਿਕਾਰਯੋਗ ਧੰਨ ਧੰਨ
लालनाथ महाराज जी के चरण सेवक सतगुरु बालयोगी प्रगटनाथ महाराज जी साडे विच पहुंच चुके हैं। सारिया संगतां के चरणों में बेनती है कि जिन्नी भी संगत इधर उधर घूम रही है वो कृपा करके आन के पंडाल दे विच बैठण की कृपालता करो, अपना जीवन सफल करो। ऐसे है धन गुरु ज्ञाननाथ महाराज जी के फुलवाड़ी के फुल है। धन गुरु ज्ञाननाथ महाराज ने जिथे भी चरण पाए उथे फुल बीजे ने। कादे फुल बीजे ने? नाम दे फुल बीजे ने, सिमरन दे फुल बीजे ने। कि अज साडे विच ये फुल सतगुरु प्रगटनाथ जी महाराज जी जो नाम की खुशबू वंड रहे हैं भागा वाले हो। धन गुरु ज्ञाननाथ महाराज जी फुलवाड़ी के फुल है, नाम की खुशबू वंड रहे हैं। कर लो जीवन सफला करके दर्शन, नाम की दात प्राप्त करके जीवन सफला कर, क्योंकि ये मानस जामा मुड़ के नहीं मिलना। इस करके धन गुरु ज्ञाननाथ महाराज जी मानस जामे की गल करते हैं। आओ शब्द जला जो बोले सो निरभय। भगवान वाल्मीकि महाराज की जय। सतगुरु गुरु ज्ञाननाथ महाराज की जय।